ਤੇ ਸੁਸਾਇਟੀ ਦੇ ਵਿੱਚ, ਕਿਉਂਕਿ ਪੈਸਾ ਹੀ ਅੱਜ-ਕੱਲ੍ਹ ਸਭ ਕੁਝ ਬਣਦਾ ਜਾ ਰਿਹਾ ਹੈ। ਪਰ ਇਸ ਮਸ਼ੀਨੀ ਯੁੱਗ ਦੇ ਵਿੱਚ ਸਾਨੂੰ ਇੱਕ ਚੀਜ਼ ਹੋਰ ਸਿੱਖਣੀ ਚਾਹੀਦੀ ਹੈ, ਸੋਚਣੀ ਚਾਹੀਦੀ ਹੈ ਕਿ ਜੇਕਰ ਅਸੀਂ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਹੈ ਬਾਹਰ ਨੂੰ ਤੁਰ ਪਈ, ਫਿਰ ਸਾਡੇ ਪੰਜਾਬ ਦਾ ਕੀ ਹੋਏਗਾ। देखो ये कहानी शुरू किवें होई ਆਪਾਂ ਸਮਝਣਾ ਹੈ। ਸਭ ਤੋਂ ਪਹਿਲਾਂ ਆਪਾਂ ਉਸ ਕਹਿ ਸਕਦੇ ਉਹਦੀ ਇਨੀਸ਼ੀਅਲ ਸਟੇਜ ਨੂੰ ਸਮਝੀਏ। ਅਸੀਂ 40 ਲੱਖ ਲੈ ਕੇ ਪਹੁੰਚ ਜਾਂਦੇ ਜੀ, ਆਹ ਲਓ ਪੈਸੇ, ਸਾਨੂੰ ਬਾਹਰ ਭੇਜੋ, ਸਾਨੂੰ ਨਹੀਂ ਪਤਾ ਕਿਵੇਂ ਭੇਜਣਾ, ਇਹ ਤੁਹਾਡੇ ਸਿਰ ਦੇ ਉੱਤੇ ਹੈ। ਘੱਟੋ ਘੱਟ 20 ਲੱਖ ਰੁਪਏ ਇੱਥੋਂ ਦੇ ਕੇ ਅਸੀਂ ਭੇਜਦੇ ਹਾਂ ਵਿਦਿਆਰਥੀ ਨੂੰ, ਤੇ ਉਸ ਦੇ ਪਿੱਛੇ ਪਰਿਵਾਰਾਂ ਦੇ ਵਿੱਚ ਵੀ 3-4 ਸਾਲ ਕੋਈ ਵੀ ਵੱਡਾ ਕੰਮ ਨਹੀਂ ਕਰ ਸਕਦੇ। ਅੱਜ ਕੱਲ੍ਹ ਫੋਟੋਸ਼ਾਪ ਦਾ ਜ਼ਮਾਨਾ ਹੈ। ਅੱਜ ਕੱਲ੍ਹ ਤੁਹਾਡੇ ਡਾਕੂਮੈਂਟ ਦੇ ਨਾਲ ਆਰਾਮ ਦੇ ਨਾਲ ਛੇੜਖਾਨੀ ਕੀਤੀ ਜਾ ਸਕਦੀ ਹੈ। ਹੁੰਦਾ ਕੀ ਹੈ, ਕਾਲਜਾਂ ਦੇ ਕੋਲ ਮੰਨ ਲਿਆ 126 ਸੀਟਾਂ ਹੈ, ਉਹ ਆਫਰ ਲੈਟਰ ਕਿੰਨਿਆਂ ਨੂੰ ਵੰਡ ਦਿੰਦੇ ਆ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੱਕ ਦੇ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਮੈਂ ਹਾਂ ਸੁਖਬੀਰ ਸਿੰਘ ਸ਼ੇਰਗਿੱਲ। ਪੰਜਾਬ ਦੀ ਨੌਜਵਾਨੀ ਦੀ ਗੱਲ ਕਰਾਂਗੇ। ਪੰਜਾਬ ਦੀ ਜਵਾਨੀ ਜਿਹੜੀ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਤਤਪਰ ਹੋਈ ਪਈ ਹੈ, ਉਸ ਦੀ ਗੱਲ ਕਰਾਂਗੇ। ਇਸ ਦੇ ਪਿੱਛੇ ਬਣਦੀਆਂ ਵਜ੍ਹਾਵਾਂ ਤੇ ਪਿਛਲੇ ਦਿਨਾਂ ਦੇ ਵਿੱਚ ਨਸ਼ਰ ਹੋਈ 700 ਸਟੂਡੈਂਟਸ ਜਿਹੜਾ ਕੈਨੇਡਾ ਦੀ ਧਰਤੀ ਦੇ ਉੱਪਰ ਉਸ ਨੂੰ ਡਿਪੋਰਟ ਕੀਤੇ ਜਾਣ ਦੀਆਂ ਜਿਹੜੀਆਂ ਖਬਰਾਂ ਨੇ, ਉਸ ਦੇ ਉੱਪਰ ਅੱਜ ਦੇ ਇਸ ਪ੍ਰੋਗਰਾਮ ਦਾ ਦਾਰੋਮਦਾਰ ਰਹਿਣ ਵਾਲਾ ਹੈ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮੇਰੇ ਸਹਿਯੋਗੀ ਗੁਰਵਿੰਦਰ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ। ਕਿਵੇਂ ਵੇਖਦੇ ਹੋ ਇਹ ਜਿਹੜਾ ਤਮਾਮ ਰੁਝਾਨ ਚੱਲ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਪਹਿਲਾਂ ਹੁੰਦੀ ਸੀ ਕਿ +2 ਕਰ ਲਈ, ਉਸ ਤੋਂ ਬਾਅਦ ਅਸੀਂ ਵੇਖਦੇ ਸੀ ਕਿ ਨੌਕਰੀ ਕਿਵੇਂ ਲੈਣੀ ਹੈ। ਅੱਜ ਕੱਲ੍ਹ +2 ਕਰਕੇ ਜਿਨ੍ਹਾਂ ਦਾ ਗੈਪ ਪਿਆ ਹੋਇਆ ਉਹ ਇਹ ਸੋਚਦੇ ਵਿਚਾਰਦੇ ਨੇ ਕਿ ਅਸੀਂ ਗੈਪ ਕਿਵੇਂ ਪੂਰਾ ਕਰਨਾ ਹੈ। ਜਿਹੜਾ 10+2 ਦੇ ਵਿੱਚ ਬੱਚਾ ਹੈ ਉਹਦਾ ਇੱਕੋ ਹੀ ਸੁਪਨਾ ਬਣਿਆ ਹੋਇਆ ਕਿ ਮੈਂ ਕੈਨੇਡਾ ਜਾਣਾ, ਅਮਰੀਕਾ ਜਾਣਾ, ਇੰਗਲੈਂਡ ਜਾਣਾ। ਇਹਦੇ ਪਿੱਛੇ ਵਜ੍ਹਾ ਕੀ ਸਮਝਦੇ ਹੋ? ਦੇਖੋ ਸੁਖਬੀਰ, ਸਾਡੀ ਤਰਾਸਦੀ ਹੈ, ਇਹ ਗੱਲ ਸਮਝਣ ਵਾਲੀ ਹੈ। ਸਾਡੇ ਲਈ ਸਭ ਤੋਂ ਵੱਡੀ ਡਿਗਰੀ ਅੱਜ ਕੱਲ੍ਹ ਜਿਹੜਾ ਉਹ ਆਇਲਸ ਹੋ ਗਈ ਹੈ। ਆਇਲਸ ਕਰੋ, ਈਚ 6 ਲਓ ਤੇ ਕੈਨੇਡਾ ਜਾਓ ਜਾਂ ਕਿਸੇ ਹੋਰ ਕੰਟਰੀ ਚਲੇ ਜਾਓ। ਇੱਥੇ ਬੱਚਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦਾ। ਸਾਡੇ ਹਾਇਰ ਐਜੂਕੇਸ਼ਨ ਜਿਹੜਾ ਹੈ ਉਹ ਇੱਕ ਆਇਲਸ ਦੀ ਕਹਿ ਸਕਦੇ ਹਾਂ ਕਿ ਉਸ ਮਾਰਕਸ਼ੀਟਸ ਦੇ ਉੱਤੇ ਡਿਪੈਂਡ ਕਰਦਾ ਹੈ, ਜਿਹਦੇ ਵਿੱਚ ਬੈਂਡ ਸਕੋਰ ਡਿਸਾਈਡ ਕਰਦਾ ਕਿ ਤੁਹਾਡੀ ਲੈਂਗੁਏਜ ਐਫੀਸ਼ੀਐਂਸੀ ਕਿਵੇਂ ਦੀ ਹੈ। ਮੇਰੀ ਇੱਕ ਬੇਨਤੀ ਉਹਨਾਂ ਸਾਰੇ ਬੱਚਿਆਂ ਵਾਸਤੇ ਆ, ਦੇਖੋ ਬਾਹਰ ਜਾਣਾ ਕੋਈ ਮਾੜਾ ਕੰਮ ਨਹੀਂ ਹੈਗਾ। ਤੁਸੀਂ ਜਾਓ, ਮਿਹਨਤ ਕਰੋ, ਤਰੱਕੀਆਂ ਕਰੋ, ਕਿਉਂਕਿ ਹਰ ਬੰਦਾ ਰੋਜ਼ਗਾਰ ਦੇ ਲਈ ਸਾਰਾ ਕੰਮ ਕਰਦਾ ਹੈ। ਪਰ ਉਸ ਚੀਜ਼ ਨੂੰ ਲੈ ਕੇ ਅਵੇਅਰਨੈਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਨੂੰ ਇਹ ਚੀਜ਼ ਚਾਹੀਦੀ ਹੈ ਕਿ ਅਸੀਂ ਬਾਹਰ ਜਾਈਏ, ਜਾ ਕੇ ਉੱਥੇ ਕੰਮ ਕਰੀਏ, ਲੱਖ ਆਪਣੀ ਮਿਹਨਤ ਕਰੀਏ ਤੇ ਆਪਣੇ ਪਰਿਵਾਰ ਨੂੰ ਅਸੀਂ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਸੇਫ ਹੋਵਾਂ, ਮੈਂ ਸਹੀ ਹੋਵਾਂ ਤੇ ਸੁਸਾਇਟੀ ਦੇ ਵਿੱਚ, ਕਿਉਂਕਿ ਪੈਸਾ ਹੀ ਅੱਜ ਕੱਲ੍ਹ ਸਭ ਕੁਝ ਬਣਦਾ ਜਾ ਰਿਹਾ ਹੌਲੀ ਹੌਲੀ। ਪਰ ਇਸ ਮਸ਼ੀਨੀ ਯੁੱਗ ਦੇ ਵਿੱਚ ਸਾਨੂੰ ਇੱਕ ਚੀਜ਼ ਹੋਰ ਸਿੱਖਣੀ ਚਾਹੀਦੀ ਹੈ, ਸੋਚਣੀ ਚਾਹੀਦੀ ਹੈ ਕਿ ਜੇਕਰ ਅਸੀਂ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਹੈ ਬਾਹਰ ਨੂੰ ਹੀ ਤੁਰ ਪਈ, ਫਿਰ ਸਾਡੇ ਪੰਜਾਬ ਦਾ ਕੀ ਹੋਏਗਾ। ਉਹੀ ਹੋਏਗਾ ਜੋ ਜਿਸ ਤਰੀਕੇ ਨਾਲ ਆਪਾਂ ਮਾਈਗ੍ਰੇਟ ਹੋਈ ਜਾਂਦੇ ਹਾਂ ਬਾਹਰ ਨੂੰ, ਉਸ ਤਰ੍ਹਾਂ ਹੀ ਜਿਹੜੇ ਪ੍ਰਵਾਸੀ ਨੇ ਯੂਪੀ ਬਿਹਾਰ ਵਾਲੇ ਉਹ ਆ ਕੇ ਸਾਡੇ ਇੱਥੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਨੇ। ਪਰ ਇੱਥੇ ਗੱਲ ਯੂਪੀ ਬਿਹਾਰ ਜਾਂ ਪੰਜਾਬ ਦੀ ਨਹੀਂ ਹੈਗੀ, ਗੱਲ ਉਹ ਹੈਗੀ ਹੈ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਆਖਿਰ ਉਹਨੂੰ ਦਸ਼ਾ ਤੇ ਦਿਸ਼ਾ ਕਿਹੜੀ ਮਿਲ ਗਈ ਹੈ। ਤੇ ਖਾਸ ਕਰਕੇ ਏਜੰਟ ਜਿਹੜੇ ਉਹਦੇ ਵਿੱਚ ਰੋਲ ਪਲੇ ਕਰ ਰਹੇ ਨੇ, ਉਹ ਮੈਨੂੰ ਲੱਗਦਾ ਕਿ ਉਹ ਰੋਲ ਪਲੇ ਕਰ ਰਹੇ ਨੇ ਕਿ ਮਜਬੂਰੀ ਜਿਹੜੀ ਹੈ ਉਹਨੂੰ ਫੁੱਲ ਤਰੀਕੇ ਨਾਲ ਕੈਸ਼ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਅਸੀਂ ਵੀ ਕਿਤੇ ਨਾ ਕਿਤੇ ਵੱਡੇ ਭਾਗੀਦਾਰ ਹਾਂ। ਅਸੀਂ 40 ਲੱਖ ਲੈ ਕੇ ਪਹੁੰਚ ਜਾਂਦੇ ਹਾਂ ਜੀ, ਆਹ ਲਓ ਪੈਸੇ, ਸਾਨੂੰ ਬਾਹਰ ਭੇਜੋ, ਸਾਨੂੰ ਨਹੀਂ ਪਤਾ ਕਿਵੇਂ ਭੇਜਣਾ, ਇਹ ਤੁਹਾਡੇ ਸਿਰ ਦੇ ਉੱਤੇ ਹੈ। ਉਹੀ ਰੀਜ਼ਨ ਜਿਹੜਾ ਹੈ ਉਹ ਅੱਜ ਆਹ ਸਮੱਸਿਆ ਜਿਹੜੀ ਹੈ ਉਹ ਬਣਦੀ ਜਾ ਰਹੀ ਹੈ। ਕਹਿ ਕੇ ਸਾਡੇ ਕੋਲੇ 40 ਲੱਖ ਲੈ ਲਓ, 50 ਲੱਖ ਲੈ ਲਓ, ਸਾਡੀ ਘੱਟੋ ਘੱਟ 20 ਲੱਖ ਰੁਪਏ ਇੱਥੋਂ ਦੇ ਕੇ ਅਸੀਂ ਭੇਜਦੇ ਹਾਂ ਵਿਦਿਆਰਥੀ ਨੂੰ, ਤੇ ਉਸ ਦੇ ਪਿੱਛੇ ਪਰਿਵਾਰਾਂ ਦੇ ਵਿੱਚ ਵੀ 3-4 ਸਾਲ ਕੋਈ ਵੀ ਵੱਡਾ ਕੰਮ ਨਹੀਂ ਕਰ ਸਕਦੇ। ਇਹ ਵੀ ਚੀਜ਼ ਮੰਨਣੀ ਪੈਣੀ ਹੈ। ਇੱਕ ਤੁਸੀਂ ਗੱਲ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਕਾਰਵਾਈ ਕੀਤੀ ਜਾਵੇ ਪਰ ਅਸੀਂ ਉੱਧਰ ਪਹੁੰਚਣਾ ਹੈ। ਇਹਦੇ ਪਿੱਛੇ ਗੱਲ ਆਉਂਦੀ ਹੈ ਫੇਕ ਡਾਕੂਮੈਂਟਸ ਦੀ, ਜਿਹਦਾ ਕਰਕੇ ਹੁਣ 700 ਬੱਚਾ ਜਿਹੜਾ ਡਿਪੋਰਟ ਕੀਤਾ ਜਾਣਾ, ਜਿਹੀਆਂ ਖਬਰਾਂ ਜਿਹੜੀਆਂ ਨਸ਼ਰ ਹੋਈਆਂ। ਕੀ ਪਿੱਛੇ ਵਜ੍ਹਾ ਸਮਝਦੇ ਹੋ ਕਿ ਜਿਹੜਾ ਇਹ 700 ਬੱਚਾ ਹੈ ਇਸ ਦੀ ਗਿਣਤੀ ਵੱਧ ਵੀ ਸਕਦੀ ਹੈ? ਇਹਦੇ ਪਿੱਛੇ ਕਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਨੇ? ਕਿਉਂਕਿ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਅਕਾਊਂਟ ਦਾ ਹੇਰ-ਫੇਰ ਹੁੰਦਾ ਹੈ, ਗੈਪ ਮੇਨਟੇਨ ਕਰਨ ਦੀ ਜਿਹੜੀ ਹੈ ਉਹ ਸਾਰੀ ਗਤੀਵਿਧੀ ਚੱਲਦੀ ਹੈ। ਇਹਦੇ ਪਿੱਛੇ ਕੀ ਵਜ੍ਹਾ ਸਮਝਦੇ ਹੋ? ਦੇਖੋ ਅਸਲ ਵਿੱਚ ਕੀ ਹੈ ਕਿ ਜਿਹੜਾ ਇਹ 700 ਬੱਚੇ ਦੀ ਕਹਾਣੀ ਹੈ ਉਹਦੇ ਵਿੱਚ ਇੱਕ ਬੱਚੀ ਦੀ ਸਭ ਤੋਂ ਪਹਿਲਾਂ ਉਹ ਸਟੋਰੀ ਸਾਹਮਣੇ ਆਉਂਦੀ ਹੈ। ਕਮਲਦੀਪ, ਕਵਲਜੀਤ ਕੀ ਨਾਮ ਸੀਗਾ ਉਸ ਬੱਚੀ ਦਾ, ਉਹਦੀ ਸਟੋਰੀ ਸਾਹਮਣੇ ਆਉਂਦੀ ਜਿਸ ਦੇ ਵਿੱਚ ਜਦੋਂ ਉਹਨੇ ਆਪਣੀ PR ਐਪਲੀਕੇਸ਼ਨ ਮੂਵ ਕੀਤੀ, ਕਿਉਂਕਿ ਜਦੋਂ ਆਪਾਂ ਇੱਥੋਂ ਕੈਨੇਡਾ ਮੂਵ ਹੁੰਦੇ ਹਾਂ ਉੱਥੇ ਜਾ ਕੇ ਸਭ ਤੋਂ ਪਹਿਲਾਂ ਆਪਾਂ ਸਟੱਡੀ ਕਰਦੇ ਹਾਂ। ਸਟੱਡੀ ਦੇ ਵਿੱਚ ਕੀ ਹੁੰਦਾ ਕਿ 1 ਸਾਲ ਦਾ, 2 ਸਾਲ ਜਾਂ
3 ਸਾਲ ਦਾ ਕੋਈ ਡਿਗਰੀ ਪ੍ਰੋਗਰਾਮ, ਡਿਪਲੋਮਾ ਪ੍ਰੋਗਰਾਮ ਜਾਂ ਸਰਟੀਫਿਕੇਟ ਪ੍ਰੋਗਰਾਮ ਲੈ ਕੇ ਜਾਂਦੇ ਆ। ਉੱਥੇ ਜਾ ਕੇ ਆਪਾਂ ਜਦੋਂ ਸਟੱਡੀ ਸ਼ੁਰੂ ਕਰਦੇ ਆ, ਉਸ ਤੋਂ ਬਾਅਦ ਸਾਨੂੰ ਪੋਸਟ ਸਟੱਡੀ ਵਰਕ ਪਰਮਿਟ ਦਿੱਤਾ ਜਾਂਦਾ ਹੈ। ਪੋਸਟ ਸਟੱਡੀ ਵਰਕ ਪਰਮਿਟ ਜਦੋਂ ਬੱਚਾ ਆ ਜਾਂਦਾ ਹੈ, ਉਸ ਤੋਂ ਬਾਅਦ ਉਹ ਐਲੀਜੀਬਲ ਹੋ ਜਾਂਦਾ ਕਿ ਤੁਸੀਂ ਆਪਣੀ PR ਦੀ ਫਾਈਲ ਜਿਹੜੀ ਹੈ ਉਹ ਮੂਵ ਕਰ ਸਕਦੇ ਹੋ। ਪਰ ਜਦੋਂ ਤੁਸੀਂ PR ਦੇ ਪੋਲ ਵਿੱਚ ਜਾਂਦੇ ਹੋ, ਉਸ ਦੇ ਵਿੱਚ ਤੁਹਾਡੇ ਜਿਹੜੇ ਪੁਰਾਣੇ ਡਾਕੂਮੈਂਟਸ ਹੈ ਉਹਨੂੰ ਇੱਕ ਵਾਰੀ ਦੁਬਾਰਾ ਚੈੱਕ ਕੀਤਾ ਜਾਂਦਾ ਹੈ। ਜਦੋਂ ਡਾਕੂਮੈਂਟ ਚੈੱਕ ਕੀਤੇ ਗਏ ਤੇ ਪਾਇਆ ਹੈ ਗਿਆ ਕਿ ਬੱਚੇ ਜਿਹੜੇ ਵੀ ਕੈਨੇਡਾ ਗਏ ਸੀਗੇ, ਉਹ ਜਿਹੜੇ ਹੁਣ ਡਿਪੋਰਟ ਦਾ, ਜਿਨ੍ਹਾਂ ਨੂੰ CBSA ਵੱਲੋਂ, ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਦੇ ਵੱਲੋਂ ਜੋ ਨੋਟਿਸ ਜਾਰੀ ਕੀਤਾ ਗਿਆ ਡਿਪੋਰਟੇਸ਼ਨ ਦਾ, ਉਸ ਨੋਟਿਸ ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਤੁਹਾਡੇ ਜਿਹੜੇ ਡਾਕੂਮੈਂਟ ਸੀਗੇ ਉਹ ਫੇਕ ਸੀਗੇ। ਉਹ ਡਾਕੂਮੈਂਟ ਕਿਹੜਾ ਮੇਨ ਰੋਲ ਪਲੇ ਕਰ ਰਿਹਾ, ਉਹ ਕਰ ਰਿਹਾ ਉਹਨਾਂ ਬੱਚਿਆਂ ਦਾ ਆਫਰ ਲੈਟਰ। ਦੇਖੋ ਸੁਖਵੀਰ, ਕਹਾਣੀ ਸ਼ੁਰੂ ਕਿਵੇਂ ਹੁੰਦੀ ਹੈ ਆਪਾਂ ਸਮਝਣਾ ਹੈ। ਸਭ ਤੋਂ ਪਹਿਲਾਂ ਆਪਾਂ ਨਾ ਉਸ ਕਹਿ ਸਕਦੇ ਉਹਦੀ ਇਨੀਸ਼ੀਅਲ ਸਟੇਜ ਨੂੰ ਸਮਝੀਏ। ਜਦੋਂ ਆਪਾਂ ਕੈਨੇਡਾ ਫਾਈਲ ਲਗਾਣੀ ਆ, ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਬੱਚੇ ਦਾ ਆਫਰ ਲੈਟਰ ਅਪਲਾਈ ਹੁੰਦਾ। ਜਿਵੇਂ ਮੰਨ ਲਿਆ ਮੈਂ ਇੱਕ ਫਰੈਸ਼ ਪਾਸਪੋਰਟ ਆਪਣੇ ਡਾਕੂਮੈਂਟ ਲੈ ਕੇ ਤੁਹਾਡੇ ਕੋਲ ਆਇਆ, ਮੰਨ ਲਿਆ ਤੁਸੀਂ ਏਜੰਟ ਹੋ, ਤੁਹਾਡੇ ਕੋਲ ਪਹੁੰਚਾ, ਮੈਂ ਕਿਹਾ ਜੀ ਸਾਡੀ ਫਾਈਲ ਲਗਾ ਦਿਓ। ਤੁਸੀਂ ਕੀ ਕਰਨਾ ਹੈ ਕਿ 2-4 ਕਾਲਜਸ ਦਾ ਨਾਮ ਦੱਸਣਾ ਹੈ ਕਿ ਇਸ ਕਾਲਜ ਦੇ ਵਿੱਚ XYZ ਇਹ ਕੋਰਸ ਜਿਹੜੇ ਅਵੇਲੇਬਲ ਨੇ, ਇਹਨਾਂ ਦੇ ਵਿੱਚ ਆਪਾਂ ਅਪਲਾਈ ਕਰਦੇ ਹਾਂ। ਹੁਣ ਜਦੋਂ ਉਹਨਾਂ ਕਾਲਜਸ ਦੇ ਵਿੱਚ ਆਪਾਂ ਅਪਲਾਈ ਕੀਤਾ, ਉੱਥੋਂ ਸਾਨੂੰ ਆਫਰ ਲੈਟਰ ਆਉਂਦਾ ਹੈ। ਆਫਰ ਲੈਟਰ ਦਾ ਮਤਲਬ ਕਿ ਅਸੀਂ ਤੁਹਾਨੂੰ ਆਫਰ ਦੇ ਰਹੇ ਹਾਂ, ਤੁਸੀਂ ਆ ਕੇ ਸਾਡੇ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਾਈ ਕਰੋ। ਫਿਰ ਉਸ ਤੋਂ ਬਾਅਦ ਸਮਝਣ ਵਾਲੀ ਗੱਲ ਹੈ, ਲੈਂਪਟਨ ਵਰਗੇ ਜਾਂ ਫਿਰ ਉਹ ਕਾਲਜਸ ਨੇ ਇਹਦੇ ਵਿੱਚ, ਹੰਬਰ ਕਾਲਜ ਵਰਗੇ ਜਿਹੜੇ ਕਹਿ ਸਕਦੇ ਕੈਨੇਡਾ ਦੇ ਬੜੇ ਰਿਪਿਊਟਡ ਕਾਲਜ ਨੇ, ਪਬਲਿਕ ਕਾਲਜ ਨੇ, ਮੇਨ ਸਟਰੀਮ ਨੇ, ਖਾਸ ਕਰਕੇ ਪੰਜਾਬੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਾਂਦੇ ਨੇ। ਹੁਣ ਉੱਥੋਂ ਆਫਰ ਲੈਟਰ ਆਉਂਦਾ ਹੈ। ਜਦੋਂ ਆਫਰ ਲੈਟਰ ਆਉਂਦਾ, ਸਾਡੀ ਇਹ ਜ਼ਿੰਮੇਵਾਰੀ ਬਣਦੀ, ਜੋ ਮੰਨ ਲਿਆ ਤੁਸੀਂ ਏਜੰਟ ਹੋ, ਮੈਂ ਤੁਹਾਡੇ ਕੋਲ ਗਿਆ, ਤੁਹਾਨੂੰ ਮੈਂ ਕਿਹਾ ਕਿ ਜੀ ਆ ਸਾਡਾ, ਤੁਸੀਂ ਕਿਹਾ ਕਿ ਆ ਜੀ ਤੁਹਾਡਾ ਆਫਰ ਲੈਟਰ ਆ ਗਿਆ, ਹੁਣ ਤੁਸੀਂ ਫੀ ਪੇ ਕਰਾਣੀ ਹੈ। ਹੁਣ ਜਦੋਂ ਅਸੀਂ ਫੀ ਪੇ ਕਰਾਉਣੀ ਆ, ਉਸ ਤੋਂ ਪਹਿਲਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉਸ ਆਫਰ ਲੈਟਰ ਨੂੰ ਇੱਕ ਵਾਰੀ ਕ੍ਰੋਸ ਚੈੱਕ ਕਰਾਂ। ਹੁਣ ਦੇਖੋ ਇੱਕ ਚੀਜ਼ ਸਮਝਣ ਵਾਲੀ ਹੈ, ਅੱਜ ਕੱਲ੍ਹ ਫੋਟੋਸ਼ਾਪ ਦਾ ਜ਼ਮਾਨਾ ਹੈ। ਅੱਜ ਕੱਲ੍ਹ ਤੁਹਾਡੇ ਡਾਕੂਮੈਂਟ ਦੇ ਨਾਲ ਆਰਾਮ ਦੇ ਨਾਲ ਛੇੜਖਾਨੀ ਕੀਤੀ ਜਾ ਸਕਦੀ ਆ। ਹੁੰਦਾ ਕੀ ਹੈ, ਕਾਲਜਸ ਦੇ ਕੋਲ ਮੰਨ ਲਿਆ 126 ਸੀਟਾਂ ਹੈ, ਉਹ ਆਫਰ ਲੈਟਰ ਕਿੰਨਿਆਂ ਨੂੰ ਵੰਡ ਦਿੰਦੇ ਆ। ਹੁਣ ਇਸੇ ਕੰਡੀਸ਼ਨ ਦੇ ਵਿੱਚ ਉਹਦਾ ਏਜੰਟ ਵੀ ਫਾਇਦਾ ਚੱਕਦੇ ਆ। ਹੁੰਦਾ ਕੀ ਹੈ ਕਿ ਕੋਈ ਆਫਰ ਲੈਟਰ ਹੈ, ਉਹਨੂੰ ਫੋਟੋਸ਼ਾਪ ਕੀਤਾ, ਫੋਟੋਸ਼ਾਪ ਕਰਕੇ ਉਹਦੇ ਵਿੱਚ ਐਡੀਟਿੰਗ ਕਰਕੇ PDF ਦੇ ਵਿੱਚ, ਉਹਦੇ ਵਿੱਚ ਆਪਣੇ ਤਰੀਕੇ ਦੇ ਨਾਲ ਨਵਾਂ ਡਾਕੂਮੈਂਟ ਤਿਆਰ ਕਰ ਲਿਆ, ਉਸ ਆਫਰ ਲੈਟਰ ਤੇ ਬੱਚੇ ਦੀ ਫੀ ਪੇ ਕਰਵਾ ਦਿੱਤੀ। ਜਦੋਂ ਫੀ ਪੇ ਕਰਵਾ ਦਿੱਤੀ, ਉਸ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਅਪਲਾਈ ਹੁੰਦਾ, ਕਿਉਂਕਿ ਜੋ ਫੀ ਪੇ ਹੁੰਦੀ, GIC ਪੇ ਹੁੰਦੀ ਆ, ਮੈਡੀਕਲ ਵਗੈਰਾ, ਬਾਇਓਮੈਟ੍ਰਿਕ ਵਗੈਰਾ, ਉਸ ਤੋਂ ਬਾਅਦ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਆਨਲਾਈਨ ਲੌਜ ਹੁੰਦੀ ਆ। ਜਦੋਂ ਫਾਈਲ ਆਨਲਾਈਨ ਲੌਜ ਹੋਈ, ਤੁਹਾਨੂੰ ਐਮਬੈਸੀ ਨੇ ਵੀਜ਼ਾ ਦੇ ਦਿੱਤਾ ਕਿ ਆਓ ਜੀ ਤੁਸੀਂ ਆ ਕੇ ਸਾਡੀ ਸਟੱਡੀ ਕਰ ਸਕਦੇ ਹੋ। ਹੁਣ ਉਸ ਡਾਕੂਮੈਂਟ ਦੇ ਉੱਤੇ ਵੀਜ਼ਾ ਇਸ਼ੂ ਕਰ ਦਿੱਤਾ ਗਿਆ। ਉਸ ਤੋਂ ਬਾਅਦ ਬੱਚੇ ਗਏ ਕੈਨੇਡਾ, ਉਹਨਾਂ ਨੂੰ ਐਮਬੈਸੀ ਦੇ ਵਿੱਚ ਦਿੱਲੀੋਂ 에ਅਰਪੋਰਟ ਤੋਂ ਜਦੋਂ ਫਲਾਈ ਕੀਤੇ, ਕਿਸੇ ਨੇ ਪੁੱਛਿਆ, ਜਦੋਂ ਉੱਥੇ ਉੱਤੇ CBSA ਦੇ ਵੱਲੋਂ ਬਕਾਇਦਾ ਤੌਰ ਤੇ ਤੁਹਾਡੇ ਡਾਕੂਮੈਂਟ ਇੰਟਰ ਕਰਨ ਦੇ ਵੇਲੇ ਚੈੱਕ ਕੀਤੇ ਜਾਂਦੇ ਨੇ। ਉਦੋਂ ਉਹਨਾਂ ਨੇ ਐਲੋਏ ਜਿਹੜੀ ਲੈਟਰ ਆਫ ਐਕਸੈਪਟੈਂਸ ਆ ਉਹ ਚੈੱਕ ਕੀਤਾ, ਉਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਲੱਗੀ। ਉੱਥੇ ਜਦੋਂ ਬੱਚੇ ਪਹੁੰਚ ਜਾਂਦੇ ਆ ਤੇ ਏਜੰਟ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਭਾਈ ਜਿਹੜੇ ਡਾਕੂਮੈਂਟ, ਜਿਹੜੇ ਕਾਲਜ ਵਾਸਤੇ ਤੁਸੀਂ ਆਏ ਹੋ, ਉਸ ਕਾਲਜ ਦੀਆਂ ਸੀਟਾਂ ਫੁੱਲ ਹੋ ਗਈਆਂ ਨੇ। ਹੁਣ ਜੋ ਸੀਟਾਂ ਫੁੱਲ ਹੋ ਗਈਆਂ ਨੇ ਤਾਂ ਤੁਸੀਂ ਉੱਥੇ 6 ਮਹੀਨੇ ਵੇਟ ਕਰ ਲਓ, ਅਗਲੇ ਇਨਟੇਕ 'ਚ ਤੁਹਾਨੂੰ ਸੀਟ ਮਿਲ ਜਾਏਗੀ, ਜਾਂ ਫਿਰ ਤੁਸੀਂ ਕੋਈ ਦੂਜਾ ਕਾਲਜ ਦੇਖ ਲਓ। ਹੁਣ ਬੱਚੇ ਕੀ ਕਰਦੇ ਆ, ਕਈ ਵਾਰੀ ਵੇਟ ਕਰਦਾ ਬੱਚਾ, ਕਈ ਵਾਰੀ ਨਹੀਂ ਕਰਦਾ। ਜਦੋਂ ਨਹੀਂ ਕਰਦਾ ਤਾਂ ਉਸ ਕੰਡੀਸ਼ਨ ਦੇ ਵਿੱਚ ਬੱਚਾ ਕੀ ਕਰਦਾ ਹੈ, ਆਪਣਾ ਦੂਜਾ ਕੋਈ ਕਾਲਜ ਦੇਖ ਲੈਂਦਾ, ਉੱਥੇ ਐਡਮਿਸ਼ਨ ਲੈ ਲੈਂਦਾ, ਕੰਮ ਸ਼ੁਰੂ ਕਰ ਦਿੰਦਾ। ਹੁਣ ਜਦੋਂ ਉਹਨੇ PR ਫਾਈਲ ਕੀਤੀ, ਕਿਉਂਕਿ ਉਦੋਂ ਕਾਲਜ ਦੇ ਵਿੱਚ ਐਡਮਿਸ਼ਨ ਲੈ ਲਿਆ, ਉਸ ਤੋਂ ਬਾਅਦ ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲ ਗਿਆ। ਉਸ ਤੋਂ ਬਾਅਦ ਜਦੋਂ PR ਲਈ ਐਲੀਜੀਬਲ ਹੋਏ, ਜਦੋਂ PR ਦੇ ਲਈ ਫਾਈਲ ਤੁਹਾਡੀ ਜਾਂਦੀ ਹੈ, ਡਾਕੂਮੈਂਟ ਚੈੱਕ ਹੋਏ, ਤੇ ਜਿਹੜੇ ਆਫਰ ਲੈਟਰ ਤੇ ਉਹ ਬੱਚੇ ਫਲਾਈ ਕੀਤੇ ਸੀ ਐਲੋਏ ਤੇ ਲੈਟਰ ਆਫ ਐਕਸੈਪਟੈਂਸ ਦੇ ਉੱਤੇ, ਉਹ ਫੇਕ ਨਿਕਲਿਆ। ਤੇ ਜਦੋਂ ਫੇਕ ਨਿਕਲਿਆ ਤੇ ਉਸ ਬੇਸ ਦੇ ਉੱਤੇ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਫੇਕ ਡਾਕੂਮੈਂਟ ਦੇ ਸਹਾਰੇ ਕੈਨੇਡਾ ਲੈਂਡ ਹੋਏ ਹੋ। ਤੇ ਉਹਦੇ ਵਾਸਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਕੰਸਲਟੈਂਸੀ ਦੇ ਥਰੂ ਉਹਨਾਂ ਨੇ ਵੀਜ਼ਾ ਲਗਾਇਆ ਸੀਗਾ, ਉਸ ਕੰਸਲਟੈਂਟ ਦੇ ਵੱਲੋਂ 16 20 ਲੱਖ ਰੁਪਏ ਲੈ ਗਏ। ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਉਹ ਫੀਸ ਲਈ ਗਈ, ਕਿ ਜੇ ਉਹ ਫੇਕ ਆਫਰ ਲੈਟਰ ਸੀਗਾ ਤੇ ਉਹ ਫੀਸ ਉਹਨਾਂ ਦੇ ਅਕਾਊਂਟ 'ਚ ਰਹਿ ਗਈ, ਕਿ ਉਹਨਾਂ ਨੇ ਆਪਣੇ ਅਕਾਊਂਟ 'ਚ ਪਵਾ ਲਈ। ਹੁੰਦਾ ਵੀ ਆ, ਦੇਖੋ ਬੱਚਿਆਂ ਨੂੰ ਜਦੋਂ ਵੀ ਆਪਾਂ ਜਦੋਂ ਬੱਚੇ ਜਾਂਦੇ ਆ, ਏਜੰਟ ਕਹਿੰਦਾ ਜੀ ਸਾਡੇ ਖਾਤੇ 'ਚ ਫੀਸ ਪਾ ਦਿਓ, ਅਸੀਂ ਗਾਂ ਕਾਲਜ ਨੂੰ ਟ੍ਰਾਂਸਫਰ ਕਰ ਦਾਂਗੇ, ਉਸ ਤੋਂ ਬਾਅਦ ਜਿਹੜੀ ਰਿਸਿਪਟ ਆਊਗੀ ਉਹ ਤੁਹਾਨੂੰ ਦੇ ਦਾਂਗੇ। ਫਿਰ ਸਾਡੇ ਅਕਾਊਂਟ 'ਚ ਸਿੱਧਾ ਕਿਉਂ ਨਹੀਂ ਟ੍ਰਾਂਸਫਰ ਕਰ ਦਿੰਦੇ? ਕਾਲਜ ਦੇ ਬੱਚੇ ਦੇ ਅਕਾਊਂਟ 'ਚੋਂ ਫੀਸ ਪੇ ਹੋ ਸਕਦੀ ਆ, ਉਹਦੇ ਮਾਪਿਓ ਦੇ ਅਕਾਊਂਟ 'ਚੋਂ ਵੀ ਹੋ ਸਕਦੀ ਆ, ਫਿਰ ਤੁਸੀਂ ਆਪਣੇ ਅਕਾਊਂਟ 'ਚੋਂ ਕਿਉਂ ਨਹੀਂ ਕਰ ਲੈਂਦੇ? ਯਾਰ ਗਲਤੀ ਤਾਂ ਸਾਡੀ ਵੀ ਹੈਗੀ ਆ। ਆਪਾਂ ਖਾਲੀ ਏਜੰਟਾਂ ਨੂੰ ਗਾਲਾਂ ਕੱਢੀ ਜਾਈਏ ਜਾਂ ਕਹਿ ਸਹੀਏ ਕਿ ਆਪਾਂ ਨਹੀਂ ਐਮਬੈਸੀ ਗਲਤ ਕਰ ਰਹੀ ਹੈ ਜਾਂ ਫਲਾਨਾ ਗਲਤ ਕਰ ਰਿਹਾ, ਕਿਤੇ ਨਾ ਕਿਤੇ ਬੱਚੇ ਵੀ ਉਹਦੇ ਵਿੱਚ ਜ਼ਰੂਰ ਕਹਿ ਸਕਦੇ ਆ ਕਿ ਭਾਗੀਦਾਰ ਹੈਗੇ ਨੇ, ਤੇ ਕੋਰਟ ਨੇ ਵੀ ਇੰਡਾਇਰੈਕਟਲੀ ਜਾਂ ਡਾਇਰੈਕਟਲੀ ਉਹਨਾਂ ਨੂੰ ਇਨਵੋਲਵ ਦੱਸਿਆ ਹੈ। ਹਾਲਾਂਕਿ ਬੱਚੇ ਜਿਹੜੇ ਆ ਉਹ ਮਾਸੂਮ ਹੁੰਦੇ, ਨਾਲੇ ਜਿਹੜਾ ਸਟੂਡੈਂਟ ਹੈ ਉਹਦਾ ਤਾਂ ਮੇਨ ਮਕਸਦ ਇਹ ਹੁੰਦਾ ਕਿ ਯਾਰ ਕਿਸੇ ਤਰੀਕੇ ਨਾਲ ਸਾਡਾ ਕੰਮ ਬਣਨਾ ਚਾਹੀਦਾ, ਤੇ ਉਸ ਭੱਜ ਦੌੜ ਦੀ ਕਹਿ ਸਕਦਾ ਕਿ ਫਟਾਫਟ ਦੇ ਚੱਕਰ ਦੇ ਵਿੱਚ ਕਈ ਵਾਰੀ ਅਸੀਂ ਗਲਤ ਕਦਮ ਚੱਕ। ਇਹ ਵੀਜ਼ਾ ਪੜ੍ਹਾਈ ਦਾ ਹੈ, ਟੈਂਪਰੇਰੀ ਵੀਜ਼ਾ, ਸਰਕਾਰ ਕੁਝ ਨਹੀਂ ਕਹਿ ਕੇ ਦਿੰਦੀ ਕਿ ਅਸੀਂ ਤੁਹਾਨੂੰ PR ਦੇਵਾਂਗੇ, ਅਸੀਂ ਤੁਹਾਨੂੰ ਉੱਥੇ ਦੀ ਸਿਟੀਜ਼ਨਸ਼ਿਪ ਦੇਣੀ ਹੈ। ਪਰ ਇੱਥੇ ਬੱਚੇ ਦੇ ਜ਼ਿਹਨ ਦੇ ਵਿੱਚ ਕਿਉਂ ਇਦਾਂ ਚੱਲ ਰਿਹਾ ਕਿ ਮੈਂ +2 ਕਰ ਲਈ,
ਮਾਈਲਸ ਕਰ ਲਈ, ਮੈਂ ਆਪਣਾ 6 ਬੈਂਡ ਲਏ ਨੇ, ਉਸ ਤੋਂ ਬਾਅਦ ਮੈਂ ਫਾਈਲ ਲਈ ਆ, ਕੈਨੇਡਾ ਚਲਾ ਗਿਆ ਤੇ ਹੁਣ ਮੈਂ ਪੱਕਾ ਇੱਥੇ, ਹੁਣ ਮੈਂ ਉੱਥੋਂ ਆਵਾਂਗਾ ਤੇ ਪੀਆਰ ਲੈ ਕੇ ਆਵਾਂਗਾ, ਉਸ ਤੋਂ ਬਾਅਦ ਮੈਂ ਸਿਟੀਜ਼ਨਸ਼ਿਪ ਵੀ ਲੈਣੀ ਹੈ। ਇਹ ਸਾਰੀਆਂ ਚੀਜ਼ਾਂ ਕਿਉਂ ਦਿਮਾਗ ਦੇ ਵਿੱਚ ਇੱਥੇ ਬੈਠੀ? ਦੇਖੋ ਸੁਖਵੀਰ, ਮੇਰੀ ਗੱਲ ਸਮਝੋ, ਕੋਈ ਵੀ ਬੰਦਾ, ਮੇਰੀ ਗੱਲ ਸਮਝੋ, ਕੋਈ ਵੀ ਬੱਚਾ, ਹੁਣ ਜਿਹੜਾ ਬੱਚਾ ਇੱਥੇ ਗ੍ਰੈਜੂਏਸ਼ਨ ਨਹੀਂ ਕਰ ਸਕਦਾ, ਇੱਥੇ ਡਿਪਲੋਮਾ ਨਹੀਂ ਕਰਨ ਨੂੰ ਤਿਆਰ ਹੈਗਾ, ਉਹ ਬੱਚਾ ਕੈਨੇਡਾ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਪੜ੍ਹਾਈ ਵਾਸਤੇ ਜਾ ਰਿਹਾ ਹੈ? 90% ਈਵਨ ਕਿ 95% ਬੱਚੇ ਜਿਹੜੇ ਇੱਥੋਂ ਜਾ ਰਹੇ ਨੇ ਉਹ ਆਪਣੇ ਫਿਊਚਰ ਨੂੰ ਦੇਖ ਕੇ ਜਾ ਰਹੇ ਨੇ। ਉਹ ਉੱਥੇ ਇਸ ਕਰਕੇ ਜਾ ਰਹੇ ਨੇ ਕਿ ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਉਹ ਉੱਥੇ ਇਸ ਕਰਕੇ ਜਾ ਰਹੇ ਨੇ ਕਿ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਪੀਆਰ ਮਿਲ ਜੇਗੀ ਉੱਥੇ। ਅਸਲ ਵਿੱਚ ਉਹ ਕੈਨੇਡਾ ਸੈਟਲ ਹੋਣ ਦਾ ਇੱਕ ਪਾਥਵੇ ਹੈ, ਇੱਕ ਜ਼ਰੀਆ ਹੈ। ਉਸ ਜ਼ਰੀਏ ਦੇ ਜਿਹੜਾ ਵਾ ਉਹ ਤਰੀਕੇ ਨਾਲ ਉਸੇ ਕੈਨੇਡਾ ਪਹੁੰਚਦੇ ਨੇ। ਜਦ ਕਿ ਅਸਲ ਦੇ ਵਿੱਚ ਕੈਨੇਡਾ ਜਿਹੜੀ ਐਮਬੈਸੀ ਆ ਉਹ ਵੀਜ਼ਾ ਜਿਹੜਾ ਦਿੰਦੀ ਹੈ ਉਹ ਇੱਕ ਟੈਂਪਰੇਰੀ ਬੇਸ ਵੀਜ਼ਾ ਹੁੰਦਾ ਹੈ, ਜਿਹਦੇ ਵਿੱਚ ਸਟੱਡੀ ਵੀਜ਼ਾ ਤੇ ਪੋਸਟ ਸਟੱਡੀ ਵਰਕ ਪਰਮਿਟ ਹੁੰਦਾ ਹੈ। ਪਹਿਲਾਂ ਸਟੱਡੀ ਵੀਜ਼ਾ ਜਿੰਨੀ ਤੁਹਾਡੀ ਸਟੱਡੀ ਹੋਏਗੀ ਉਨੇ ਦਿਨ ਦਾ ਮਿਲੇਗਾ। ਜਦੋਂ ਤੁਹਾਡੀ ਸਟੱਡੀ ਖਤਮ ਹੋ ਜਾਂਦੀ ਹੈ ਉਦੋਂ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ, ਪੋਸਟ ਗ੍ਰੈਜੂਏਟ ਵਰਕ ਪਰਮਿਟ PGWP ਮਿਲਦਾ ਹੈ। ਹੁਣ ਇਹ ਦੋਵੇਂ ਕੇਸਿਸ ਦੇ ਵਿੱਚ ਉੱਥੇ ਤੁਸੀਂ ਟੈਂਪਰੇਰੀ ਸਟੇ ਕਰ ਸਕਦੇ ਹੋ, ਤੁਸੀਂ ਪਰਮਾਨੈਂਟ ਨਹੀਂ ਕਰ ਸਕਦੇ। ਪਰ ਪਰਮਾਨੈਂਟ ਵਾਸਤੇ ਜੋ ਉਹਨਾਂ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ, ਜੇ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ PR ਫਾਈਲ ਕਰ ਸਕਦੇ ਹੋ। ਸੋ ਜਿਹੜਾ ਤਮਾਮ ਤੰਤਰ ਚੱਲਦਾ ਇਸ ਦੇ ਵਿੱਚ ਮੇਨ ਸਾਡਾ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਏਜੰਟ ਦੇ ਕੋਲੇ ਫਾਈਲ ਲਾਉਂਦੇ ਆ, ਸਾਨੂੰ ਸਭ ਤੋਂ ਪਹਿਲੀ ਪ੍ਰਾਇੋਰਟੀ ਉਹ ਕਹਿੰਦੇ ਕਿ ਤੁਹਾਡੇ ਅਕਾਊਂਟ ਦੇ ਵਿੱਚ 15-20 ਲੱਖ ਰੁਪਈਆ ਹੈ। ਤੇ ਅੱਜ ਕੱਲ ਅਸੀਂ ਆਸ-ਪਾਸ ਝਾਤ ਮਾਰੀਏ ਤਾਂ ਕਿਸੇ ਦੇ ਅਕਾਊਂਟ ਦੇ ਵਿੱਚ ਵੀ 15-20 ਲੱਖ ਨਾ ਨਹੀਂ ਹੁੰਦਾ। ਨਾਲੇ ਜਿੰਨੇ ਮਿਡਲ ਕਲਾਸ ਨੇ ਜਾਣਾ ਯਾਰ, ਜੇ ਸਾਡੇ ਅਕਾਊਂਟ ਦੇ ਵਿੱਚ 15-20 ਲੱਖ ਪਿਆ ਹੀ ਹੋਵੇ ਫਿਰ ਅਸੀਂ ਕੈਨੇਡਾ ਕੀ ਲੈਣ ਜਾਣਾ ਹੈ? ਗਲਤ ਪੇਪਰ ਲਾਏ ਜਾਂਦੇ ਨੇ, ਗਲਤ ਪੇਪਰ ਇਹ ਵੀ ਕਿਤੇ ਨਾ ਕਿਤੇ ਹੈਡਲ ਬਣਦੇ ਨੇ। ਦੇਖੋ 100% ਹੈ। ਦੇਖੋ ਆਪਾਂ ਕੀ ਕਰਦੇ, ਮੈਂ ਤੁਹਾਨੂੰ ਦੱਸਦਾ ਅਸਲ ਵਿੱਚ ਏਜੰਟ ਕਿਵੇਂ, ਦੇਖੋ ਏਜੰਟ ਦਾ ਕਿਸ ਤਰੀਕੇ ਦੇ ਨਾਲ ਉਹ ਬੱਚੇ ਨੂੰ ਤੇ ਕਹਿ ਸਕਦੇ ਆ ਕਿ ਐਮਬੈਸੀ ਨੂੰ ਸਭ ਨੂੰ ਭੰਬਲ ਭੂਸੇ ਚੋਂ ਕਿਵੇਂ ਸਮਝ ਸਕਦੇ ਆ ਕਿ ਸਿਰਫ ਤੇ ਸਿਰਫ ਏਜੰਟਾਂ ਦਾ ਵਪਾਰ ਹੈ। 100% ਵਪਾਰ। ਦੇਖੋ ਉਹਨਾਂ ਦਾ ਮਕਸਦ ਨਾ, ਦੇਖੋ ਉਹ ਇੱਕ ਬਿਜ਼ਨਸ ਪਰਪਸ ਤੋਂ ਕੰਮ ਕਰਦੇ ਆ। ਬਿਜ਼ਨਸ ਉਹਨਾਂ ਦਾ ਮੇਨ ਮਕਸਦ ਹੁੰਦਾ ਹੈ, ਬਾਕੀ ਚੀਜ਼ਾਂ ਉਹਨਾਂ ਦਾ ਸੈਕੰਡਰੀ ਮੈਟਰ ਹੈ। ਤੁਹਾਡਾ ਫਿਊਚਰ, ਤੁਹਾਡਾ ਪਾਸਪੋਰਟ, ਤੁਹਾਡੇ ਡਾਕੂਮੈਂਟ ਜੋ ਮਰਜ਼ੀ ਹੋਵੇ ਯਾਰ, ਉਹਦੇ ਨਾਲ ਉਹਨਾਂ ਨੂੰ ਕੀ ਮਤਲਬ ਹੈ? ਉਹਨਾਂ ਨੂੰ ਮਤਲਬ ਕੀ ਹੈ? ਉਸ ਆਪਣੀ ਜਿਹੜੀ ਉਧਰੋਂ ਕਮਿਸ਼ਨ ਆਉਣਾ 2-2.5 ਲੱਖ ਰੁਪਏ ਉਹਦੇ ਨਾਲ ਹੈ। ਉਹਨਾਂ ਨੂੰ ਮਤਲਬ ਕਿਹਦੇ ਨਾਲ ਹੈ? ਜੇ ਤੁਹਾਡੇ ਉਹਨਾਂ ਫੰਡ ਸ਼ੋਅ ਕਰਾ ਦਿੱਤੇ, ਲੱਖਾਂ ਰੁਪਈਆ ਉਹਦਾ ਜਿਹੜਾ ਪਰਸੈਂਟੇਜ ਦੇ ਹਿਸਾਬ ਦੇ ਨਾਲ ਉਹ ਲੈ ਲੈਣਾ। ਹੁਣ ਇੱਕ ਗੱਲ ਮੇਰੀ ਸਮਝੋ, ਸਮਝਣ ਵਾਲੀ ਹੈ। ਜਿਵੇਂ ਮੰਨ ਲਿਆ ਫੰਡਿੰਗ ਸ਼ੋਅ ਕਰਾਉਂਦੇ ਆ, ਕਹਿੰਦੇ ਜੀ ਫਾਈਨੈਂਸ਼ੀਅਰ ਜਿਹੜੇ ਆ ਉਹ ਤੁਹਾਨੂੰ ਫੰਡਿੰਗ ਸ਼ੋਅ ਕਰ ਦਾਂਗੇ। ਹੁਣ ਜਿਸ ਤਰ੍ਹਾਂ ਮੰਨ ਲਿਆ ਮੈਂ ਇੱਕ ਫਾਈਨੈਂਸ਼ੀਅਰ ਆ, ਕਿਸੇ ਇੱਕ ਬੱਚੇ ਦਾ ਕੀਤਾ, 2 ਦਾ ਕੀਤਾ, 3 ਦਾ ਕੀਤਾ, ਫਿਰ ਐਮਬੈਸੀ ਨੂੰ ਨਹੀਂ ਪਤਾ ਲੱਗ ਰਿਹਾ ਕਿ ਇੱਕ ਅਕਾਊਂਟ ਕਿੰਨੇ ਜਾਣਿਆਂ ਨੂੰ ਸਪੋਰਟ ਕਰੀ ਜਾ ਰਿਹਾ ਹੈ। ਸੋ ਇਹਨਾਂ ਚੀਜ਼ਾਂ ਨੂੰ ਵੀ ਸਮਝਣ ਦੀ ਲੋੜ ਹੈ, ਕਿਉਂਕਿ ਏਜੰਟ ਦਾ ਤਾਂ ਇੱਕ ਵਪਾਰ ਹੈ। ਹੁਣ ਜਿਵੇਂ ਮੰਨ ਲਿਆ 100 ਫਾਈਲਸ ਲੱਗੀਆਂ, 100 ਫਾਈਲਸ ਦੇ ਵਿੱਚੋਂ 20-25 ਫਾਈਲਸ ਜਿਹੜੀਆਂ ਨੇ ਆਪਦੇ ਸਿਰ ਤੇ ਵੀਜ਼ਾ ਲੈ ਜਾਂਦੇ ਨੇ, ਜਿਹਦੇ ਵਿੱਚੋਂ 18-20 ਫਾਈਲਾਂ ਜਿਹੜੀਆਂ ਉਹ 15 ਫਾਈਲਾਂ ਜੈਨੂਅਨ ਹੁੰਦੀਆਂ, 15 ਫਾਈਲਾਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਹੀ ਨਿਕਲ ਜਾਂਦੀਆਂ ਨੇ, ਤੇ ਜਿਹੜੀਆਂ 70 ਰਿਫਿਊਜ਼ ਹੁੰਦੀਆਂ ਨੇ ਉਹਨਾਂ ਦਾ ਤੇ ਕਿਤੇ ਸੋਸ਼ਲ ਮੀਡੀਆ ਤੇ ਵੀ ਉਹਨਾਂ ਪਾ ਕੇ ਨਹੀਂ ਦੱਸਣਾ, ਉਹਨਾਂ ਦਾ ਫਿਰ ਰੀਲੌਸ ਕਰ ਦੇਣਾ। ਸੋ ਇਹ ਗੇਮ ਜਿਹੜੀ ਹੈ ਨਾ ਟੋਟਲ ਪਲੈਨਡ ਹੁੰਦੀ ਹੈ ਤੇ ਬਕਾਇਦਾ ਤੌਰ ਦੇ ਉੱਤੇ ਇਹਦੀ ਇੱਕ ਸਕ੍ਰਿਪਟ ਲਿਖੀ ਜਾਂਦੀ ਹੈ। ਮੈਂ ਤੁਹਾਨੂੰ ਦੱਸਦਾ, ਅਸਲ ਵਿੱਚ ਜਦੋਂ ਵੀ ਆਪਾਂ ਫਾਈਲਿੰਗ ਵਾਸਤੇ ਜਾਂਦੇ ਹਾਂ ਇੱਕ ਪ੍ਰੋਪਰ ਸਕ੍ਰਿਪਟ ਦੇ ਤੌਰ ਤੇ ਹੁੰਦਾ। ਜਦੋਂ ਤੁਸੀਂ ਜਾਂਦੇ ਹੋ ਨਾ, ਤੁਹਾਨੂੰ ਵੀਜ਼ਾ ਕਾਉਂਸਲਰ ਜਿਹੜਾ ਬੈਠਾ ਹੁੰਦਾ ਉਹਨੇ ਭਾਵੇਂ ਤੁਹਾਡਾ 5.5 ਬੈਂਡ ਹੈ, ਭਾਵੇਂ ਤੁਹਾਡੇ ਅਕਾਊਂਟ 'ਚ ਪੈਸੇ ਹੈਗੇ ਨਹੀਂ ਹੈਗੇ, ਡਾਕੂਮੈਂਟ ਹੈਗੇ ਨਹੀਂ ਹੈਗੇ, ਗੈਪ ਕਿੰਨਾ ਵੀ ਆ, ਸਾਰਾ ਕੁਝ ਉਹਨੇ ਮੈਨੇਜ ਕਰ ਦੇਣਾ। ਉਹਨੇ ਇਹ ਦੱਸਣਾ ਜੀ ਆਹ ਡਾਕੂਮੈਂਟਸ ਦੀ ਲਿਸਟ ਹੈ, ਜੇ ਇਹਦੇ ਵਿੱਚੋਂ ਕੋਈ ਨਹੀਂ ਹੈਗਾ ਤੁਸੀਂ ਬਣਵਾ ਲਓ। ਬਣਵਾ ਲਓ ਮਤਲਬ ਕੀ ਹੋ ਗਿਆ? ਫੇਕ ਹੈ। ਹੁਣ ਜਿਵੇਂ ਮੰਨ ਲਿਆ ਮੇਰਾ ਕੋਈ 5-7 ਸਾਲ ਦਾ ਗੈਪ ਹੈ, 5-7 ਸਾਲ ਦਾ ਗੈਪ ਜਾਂ ਤਾਂ ਮੈਂ ਕੋਈ ਐਕਸਪੀਰੀਅੰਸ ਲਗਾ ਕੇ ਪੂਰਾ ਕਰੂੰਗਾ ਜਾਂ ਮੈਂ ਕੋਈ ਡਿਗਰੀ ਡਿਪਲੋਮਾ ਲਾ ਕੇ ਪੂਰਾ ਕਰਾਂਗਾ। ਜਦੋਂ ਸਾਡਾ +2 ਤੋਂ ਬਾਅਦ ਕਾਫੀ ਗੈਪ ਹੁੰਦਾ, ਕਿਉਂਕਿ ਬੱਚਿਆਂ ਨੇ ਅੱਜ ਤੋਂ 5 ਸਾਲ ਪਹਿਲਾਂ +2 ਕੀਤੀ ਹੈ, ਤੇ ਹੁਣ ਬਹੁਤ ਸਾਰੇ ਏਜੰਟਸ ਇਹ ਭੰਬਲ ਭੂਸੇ ਦੇ ਵਿੱਚ ਪਾਈ ਜਾਂਦੇ ਨੇ ਕਿ 5 ਸਾਲ 10 ਸਾਲ ਦਾ ਗੈਪ ਆ ਜਾਓ। ਉਹ ਚੀਜ਼ਾਂ ਨੂੰ ਮੇਨਟੇਨ ਕਰਨ ਦੇ ਲਈ ਜਿਹੜੇ ਸਰਟੀਫਿਕੇਟ ਲੱਗਦੇ ਨੇ ਕਿ ਕੰਪਿਊਟਰ ਦਾ ਜੀ ਆਹ 4 ਨੰਬਰ ਨੇ, ਇਹਨਾਂ ਦੇ ਉੱਤੇ ਫੋਨ ਕਰ ਲਓ, ਇਹ ਤੁਹਾਨੂੰ ਤੁਹਾਡੀ ਗ੍ਰੈਜੂਏਸ਼ਨ ਦਾ ਦਵਾ ਦੂਗਾ, ਉਸ ਤੋਂ ਬਾਅਦ ਤੁਸੀਂ ਕੀ ਕੀਤਾ ਆਹ ਤੁਹਾਡੇ ਬਿਜ਼ਨਸ ਦਾ ਦਵਾ ਦੂਗਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਤੁਹਾਨੂੰ ਲੱਗਦਾ ਕਿ ਐਮਬੈਸੀ ਜਿਹੜੀ ਆ ਉਹਨੂੰ ਖੰਗਾਲਣ ਦੀ ਲੋੜ ਹੈ, ਜਾਂ ਫਿਰ ਲੋਕਾਂ ਦੇ ਵੱਲੋਂ ਜਿੱਥੇ ਉੱਥੇ ਹਾਂ ਕਰ ਦਿੱਤੀ ਜਾਂਦੀ ਹੈ ਵੀ 20-20 ਹਜ਼ਾਰ ਰੁਪਏ ਮੈਂ ਵੰਡ ਦਿੱਤਾ, ਮੇਰੇ ਕੋਲ ਮੇਰੇ ਡਾਕੂਮੈਂਟ ਪੂਰੇ ਹੋ ਗਏ, ਖਾਦੀ ਕੜੀ ਬਾਅਦ ਦੇ ਵਿੱਚ ਜੋ ਮਰਜ਼ੀ ਹੋਵੇ। ਇਹ ਚੀਜ਼ਾਂ ਮਾਪਿਆਂ ਦੀਆਂ ਵੀ ਬਣਦੀਆਂ ਨੇ ਰਿਸਪੌਂਸਿਬਿਲਿਟੀਜ਼, ਜਾਂ ਫਿਰ ਇਕੱਲਾ ਏਜੰਟਸ ਨੇ ਉਹਨਾਂ ਨੂੰ ਵਜ੍ਹਾ ਮੰਨ ਸਕਦੇ ਆ? ਦੇਖੋ ਏਜੰਟ ਤੇ ਇੱਕ ਮੇਨ ਭੂਮਿਕਾ, ਕਿਉਂਕਿ ਏਜੰਟ ਜਿਹੜਾ ਕੰਸਲਟੈਂਟ ਆ ਉਹਨੇ ਤੁਹਾਨੂੰ ਕੰਸਲਟ ਕਰਨਾ, ਉਹਨੇ ਤੁਹਾਨੂੰ ਦੱਸਣਾ ਹੈ ਕਿ ਸਾਰਾ ਕਿਵੇਂ ਤੁਸੀਂ ਐਕਸਪਲੇਨ ਕਰਨਾ ਹੈ, ਕਿਵੇਂ ਤੁਸੀਂ ਮੈਨੇਜ ਕਰਕੇ ਕਿਵੇਂ ਆਪਾਂ ਵੀਜ਼ਾ ਲੈ ਸਕਦੇ ਹਾਂ। ਕਿਉਂਕਿ ਉਹਨੇ ਜਦੋਂ ਵੀਜ਼ਾ ਤੱਕ ਤੁਹਾਨੂੰ ਪਹੁੰਚਾਉਣਾ ਤੇ ਉਹਨੇ ਉਹ ਲਾਈਨ ਵੀ ਦੱਸਣੀ ਹੈ, ਉਹ ਪਾਥਵੇ ਵੀ ਤੁਹਾਡੇ ਨਾਲ ਐਕਸਪਲੇਨ ਕਰਨਾ ਹੈ ਜਿਹਦੇ ਥਰੂ ਤੁਸੀਂ ਪਹੁੰਚ ਸਕਦੇ ਹੋ। ਹੁਣ ਇਹਦੇ ਵਿੱਚ ਹੁੰਦਾ ਕੀ ਹੈ, ਜਿਵੇਂ ਮੰਨ ਲਿਆ ਕਦੇ ਵੀ ਇੱਕ ਚੀਜ਼ ਸਮਝੋ, ISO ਅਪਰੂਵਡ ਤੁਸੀਂ ਕੰਪਿਊਟਰ ਸੈਂਟਰ ਦੇਖੇ ਹੋਣੇ, ਗਲੀ ਖੁੱਲੇ ਆ। ਜੇ ਆਪਾਂ ਤੁਸੀਂ ਆਫਿਸ ਆਉਂਦੇ ਆ ਨਾ ਸਵੇਰੇ, ਤੁਸੀਂ ਆਪਣੀ ਗਲੀ 'ਚ ਝਾਤ ਮਾਰ ਲਓ ਕਿੰਨੇ ISO ਖੁੱਲੇ ਆ। ISO ਰਜਿਸਟ੍ਰੇਸ਼ਨ ਤੁਸੀਂ ਅੱਜ ਕਰਵਾ ਦਿਓ, ਚੌਥੇ ਦਿਨ ਜਾ ਕੇ ਤੁਸੀਂ ਸੈਂਟਰ ਖੋਲ ਕੇ ਬਹਿ ਜਾਓ।
ISO ਸਰਟੀਫਿਕੇਟ ਹੁੰਦੇ। ਹੁਣ ISO ਸਰਟੀਫਿਕੇਟ ਦੇ ਵਿੱਚ ਦਿਖਾਉਂਦੇ ਜੀ 1 ਸਾਲ ਦਾ DCA ADCA ਇਹੋ ਜਿਹਾ ਡਿਪਲੋਮਾ ਕੀਤਾ। ਹੁਣ ਹੁੰਦਾ ਕੀ ਹੈ, ਜਦੋਂ ਉੱਥੇ ਐਮਬੈਸੀ ਚੈੱਕ ਕਰਦੀ ਹੈ ਪਤਾ ਲੱਗਦਾ ਹੈ ਕਿ ਸੈਂਟਰ ਦੇ ਵਿੱਚ 4 ਬੰਦੇ ਵੀ ਨਹੀਂ ਪੜ੍ਹਦੇ ਤੇ ਉੱਥੇ ਜਿਹੜਾ ਉਹ ਇਸ਼ੂ ਕੀਤਾ ਗਿਆ ਹੈ ਸਰਟੀਫਿਕੇਟ ਉਹ ਪਤਾ ਨਹੀਂ ਕਿੰਨੇ ਇਸ਼ੂ ਕੀਤੇ ਗਏ। ਸੋ ਇਹਨਾਂ ਚੀਜ਼ਾਂ ਦਾ ਵੀ ਇੱਕ ਇਸ਼ੂ ਬਣਦਾ। ਦੂਜੀ ਗੱਲ ਇੱਕ ਚੀਜ਼ ਹੋਰ ਹੈ, ਕਦੇ ਵੀ ਕੋਈ ਵੀ ਏਮ ਆ, ਜਿਵੇਂ ਮੰਨ ਲਿਆ ਤੁਸੀਂ ਸਟੱਡੀ ਕਰਨ ਵਾਸਤੇ ਜਾਣਾ, ਤੁਸੀਂ ਆਪਣੀ ਪੜ੍ਹਾਈ ਕਿਉਂ ਛੱਡ ਰਹੇ ਹੋ, ਜਾਂ ਫਿਰ ਜਿਹੜਾ ਵੀ ਤੁਹਾਡਾ ਐਕਸਪੀਰੀਅੰਸ ਆ ਉਹ ਜੋ ਐਕਚੁਅਲ ਵਿੱਚ ਐਕਸਪੀਰੀਅੰਸ ਆ ਦਿਖਾਓ ਉਹਨੂੰ। ਲੋੜ ਕੀ ਹੈ ਅਸਲ ਵਿੱਚ, ਕੀ ਹੁੰਦਾ ਹੈ ਜਿਹੜਾ ਵੀ ਕੋਰਸ ਕੈਨੇਡਾ ਵਿੱਚ ਲਿਆ, ਜਿਹੜਾ ਵੀ ਕੋਰਸ ਇੱਥੇ ਲਾਸਟ ਕੀਤਾ ਹੈ, ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਕੰਬੀਨੇਸ਼ਨ ਬਣਾਉਣ ਵਾਸਤੇ ਵਿੱਚ ਵਾਲਾ ਕੋਰਸ ਜਿਹੜਾ ਐਕਸਪੀਰੀਅੰਸ ਹੈ ਜਾਂ ਵਿੱਚ ਵਾਲਾ ਜਿਹੜਾ ਉਹ ਕਹਿ ਸਕਦੇ ਆਪਾਂ ਗੈਪ ਮੇਨਟੇਨ ਕਰਦੇ ਆ, ਉਹ ਉਸ ਹਿਸਾਬ ਨਾਲ ਕਰ ਦਿੰਦੇ ਆ। ਉਸੇ ਚੱਕਰ ਦੇ ਵਿੱਚ ਆਪਾਂ ਫੇਕ ਵਾਲੇ ਪਾਸੇ ਚੱਲ ਜਾਂਦੇ ਆ। ਉਹਦਾ ਫਿਰ ਅੰਜਾਮ ਜਿਹੜਾ ਹੈ ਉਹ ਲੌਂਗ ਟਰਮ ਵਾਸਤੇ ਤੇ ਗਲਤ ਹੁੰਦਾ ਹੀ ਹੈ। ਹੁਣ ਜਿਵੇਂ ਮੰਨ ਲਿਆ 700 ਬੱਚਾ ਡਿਪੋਰਟ ਹੋ ਰਿਹਾ, ਹੁਣ ਇਹਦੀ ਸਰਦਰਦੀ ਏਜੰਟ ਆਪਣੇ ਪਾਸੇ ਹੋ ਗਿਆ, ਉਹ ਜਿਹੜਾ ਬਰਜੇਸ਼ ਮਿਸ਼ਰਾ ਨਾਮ ਦਾ ਏਜੰਟ ਜਲੰਧਰ ਦਾ ਸੀਗਾ, ਜਾਂ ਇੱਕ ਅੰਮ੍ਰਿਤਸਰ ਦਾ ਵੀ ਏਜੰਟ ਆ, ਉਹ ਤੇ ਗ੍ਰਿਫਤਾਰ ਹੋ ਗਏ, ਜਾਂ ਜੋ ਵੀ ਹੋ ਗਿਆ ਉਹ ਤੇ ਹੋ ਗਏ। ਹੁਣ 700 ਬੱਚੇ ਦੀ ਲਾਈਫ ਕੌਣ ਖਰਾਬ ਕਰ ਰਿਹਾ? ਉਹਨਾਂ ਦੀ ਵਜ੍ਹਾ ਨਾਲ ਹੋਈ। ਕੋਰਟ ਦੇ ਵਿੱਚ ਜਿਹੜੀ ਉਹ ਕੁੜੀ ਗਈ, ਕੋਰਟ ਨੇ ਕਹਿ ਦਿੱਤਾ ਜੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤੁਸੀਂ ਵੀ ਇਨਵੋਲਵਡ ਹੋ, ਕਿਉਂਕਿ ਤੁਸੀਂ ਆਪਣਾ ਆਫਰ ਲੈਟਰ ਜਿਹੜਾ ਉਹ ਚੈੱਕ ਕਿਉਂ ਨਹੀਂ ਕੀਤਾ, ਐਵੇਂ ਫੀਸ ਕਿਵੇਂ ਪੇ ਕਰ ਦਿੱਤੀ। ਸੋ ਇਸ ਕਰਕੇ ਜੇ ਉਹਨਾਂ ਦੀ ਲੀਗਲੀ ਤੌਰ ਦੇ ਉੱਤੇ ਜਾਈਏ ਤਾਂ ਉੱਧਰੋਂ ਉਹਨਾਂ ਨੂੰ ਕੋਰਟ ਵੱਲੋਂ ਵੀ ਜਵਾਬ ਮਿਲ ਰਿਹਾ ਹੈ, ਤੇ ਜੇਕਰ ਆਪਾਂ ਦੂਜੇ ਪਾਸਿਓਂ ਜਾਈਏ ਤੇ ਏਜੰਟ ਵੀ ਜਿਹੜਾ ਉਹ ਹੱਥ ਖੜੇ ਕਰ ਗਿਆ ਜਾਂ ਉਹਨੂੰ ਗ੍ਰਿਫਤਾਰ ਵੀ ਹੋ ਗਿਆ, ਤਾਂ ਹੁਣ ਕੀ ਕਰ ਲੋਗੇ? ਤੇ ਉਹ ਜਿਹੜੇ ਬੱਚੇ ਜਿਹੜੇ ਲੱਖਾਂ ਰੁਪਏ ਇਨਵੈਸਟ ਕਰਕੇ ਕਹਿ ਸਕਦੇ ਉੱਥੇ ਗਏ ਸੀਗੇ, ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਵਾਪਸ ਆਉਣਾ, ਜਾਂ ਉਹਨਾਂ ਤੇ ਕਹਿ ਸਕਦੇ ਡਿਪੋਰਟੇਸ਼ਨ ਦੀ ਜਿਹੜੀ ਹੈ ਉਹ ਤਲਵਾਰ ਲਟਕ ਰਹੀ। ਆਖਰੀ ਸਵਾਲ ਵਾਧੂ ਵਧਾਂਗੇ ਸਰ, ਇਹ ਜਿਹੜੀ ਜਿਵੇਂ ਜਾਣਕਾਰੀ ਆਪਾਂ ਸਾਂਝੀ ਕਰ ਰਹੇ ਹਾਂ, ਦਰਸ਼ਕ ਦੇਖ ਵੀ ਰਹੇ ਹੋਣਗੇ, ਇਹਨਾਂ ਦੇ ਜ਼ਿਹਨ ਦੇ ਵਿੱਚ ਵੀ ਸਵਾਲ ਹੁੰਦਾ ਹੋਣਾ ਕਿ ਜਿਹੜੇ 700 ਸਟੂਡੈਂਟਸ ਨੇ, 700 ਬੱਚਾ ਜਿਹੜਾ ਵਾਪਸ ਆਉਣ ਦੀ ਕਗਾਰ ਦੇ ਉੱਤੇ ਬੈਠਾ, ਉੱਤੇ ਇਹ ਗਿਣਤੀ ਵੱਧ ਵੀ ਸਕਦੀ ਹੈ, ਕਿਉਂਕਿ ਹਾਲੇ ਤਾਂ ਸਿਰਫ ਆਫਰ ਲੈਟਰ ਵਾਲੇ 100% ਮੈਂ ਤੁਹਾਡੀ ਗੱਲ ਦੇ ਨਾਲ ਐਗਰੀ ਹਾਂ। ਦੇਖੋ ਇਹ ਗਿਣਤੀ ਕਿਵੇਂ ਵੱਧ ਸਕਦੀ ਹੈ, 2-4 ਐਸਪੈਕਟ ਇਹਦੇ ਹੋ ਸਕਦੇ। ਪਹਿਲੀ ਚੀਜ਼, ਹਾਲੇ ਸਿਰਫ ਜਿਹੜਾ ਕੰਮ ਕੀਤਾ ਉਹਨਾਂ ਨੇ ਉਹ ਕੀਤਾ ਹੈ ਆਫਰ ਲੈਟਰ ਦੇ ਉੱਤੇ। ਆਫਰ ਲੈਟਰ ਦੇ ਹਿਸਾਬ ਦੇ ਨਾਲ ਉਹ ਡੈਪੂਟੇਸ਼ਨ ਜਿਹੜੇ ਉਹਨਾਂ ਨੇ ਉਹ ਜਾਰੀ ਕੀਤਾ CBSE ਨੇ। ਉਸ ਤੋਂ ਬਾਅਦ ਜੇਕਰ ਉਹ ਫੇਕ ਡਾਕੂਮੈਂਟ ਦੀ ਉਹ ਕਰਨ ਲੱਗ ਪਏ ਛਾਟਾ ਛਾਟੀ, ਉਸ ਕੰਡੀਸ਼ਨ ਦੇ ਵਿੱਚ ਕਿੰਨੇ ਫਸਣਗੇ ਸੋਚਣ ਵਾਲੀ ਗੱਲ ਹੈ। ਉਸ ਤੋਂ ਬਾਅਦ ਇਹ ਜਿਹੜਾ ਡੇਟਾ ਨਿਕਲ ਕੇ ਆਇਆ ਹੈ, ਇਹ ਡੇਟਾ 2019-20 ਦਾ ਹੈ। ਜਿਹੜੇ ਬੱਚੇ ਗਏ ਤੇ ਉਹਨਾਂ ਨੇ PR ਫਾਈਲ ਕੀਤੀ 19-20 ਤੋਂ ਬਾਅਦ, ਜਿਹੜੇ 21 ਚ ਗਏ ਆ, 22 ਚ ਗਏ ਆ, ਹੁਣ ਜਾ ਰਹੇ ਨੇ, ਉਹਨਾਂ ਦਾ ਨੰਬਰ ਜਦੋਂ 2 ਸਾਲ ਬਾਅਦ 3 ਸਾਲ ਬਾਅਦ PR ਲਈ ਲੱਗਣਾ ਹੈ, ਉਦੋਂ ਉਹਨਾਂ ਵਾਸਤੇ ਵੀ ਤੇ ਮੁਸੀਬਤ ਖੜੀ ਹੋ ਸਕਦੀ ਹੈ। ਬਿਲਕੁਲ, ਜੇ ਕਿਤੇ ਗਲਤ ਕੰਮ ਅੱਗੇ ਹੋਇਆ ਉਹਨਾਂ ਦੇ ਨਾਲ, ਬਿਲਕੁਲ ਉਹ ਵੀ ਫਸ ਸਕਦੇ ਨੇ। ਸੋ ਜੇਕਰ ਗਾਂ ਵਾਸਤੇ ਇਹ ਆ, ਆਪਾਂ ਜਿੰਨੇ ਵੀ ਆਪਣੇ ਦੇਖਣ ਵਾਲੇ ਉਹਨਾਂ ਵਾਸਤੇ ਇੱਕ ਸਲਾਹ ਹੈ ਭਾਈ, ਜੇ ਤੁਹਾਡਾ ਆਫਰ ਲੈਟਰ ਆਉਂਦਾ ਹੈ, ਕਿੱਡਾ ਵੀ ਚੰਗਾ ਕੰਸਲਟੈਂਟ ਕਿਉਂ ਨਾ ਹੋਵੇ, ਕਿੱਡਾ ਵੀ ਚੰਗਾ ਇੰਸਟੀਟਿਊਸ਼ਨ ਕਿਉਂ ਨਾ ਹੋਵੇ, ਭਾਵੇਂ ਉਹ ਕਿਸੇ ਵੀ ਇੰਸਟੀਟਿਊਸ਼ਨ ਤੋਂ ਆਉਂਦਾ, ਉਹਨੂੰ ਕ੍ਰਾਸ ਵੈਰੀਫਾਈ ਕਰੋ। ਕ੍ਰਾਸ ਵੈਰੀਫਾਈ ਕਰਨ ਦਾ ਬਹੁਤ ਸੌਖਾ ਤਰੀਕਾ ਹੁੰਦਾ ਹੈ। ਉਸ ਕਾਲਜ ਦੀ ਵੈਬਸਾਈਟ ਤੇ ਜਾਓ, ਜਾਂ ਫਿਰ ਉਸ ਕਾਲਜ ਦੀ ਮੇਲ ID ਕੱਢੋ, ਉਹਨਾਂ ਨੂੰ ਮੇਲ ਕਰਕੇ ਕਨਫਰਮ ਕਰੋ ਜੀ ਦੱਸੋ ਸਾਨੂੰ ਕਿ ਇਹ ਸਹੀ ਹੈ ਜਾਂ ਗਲਤ ਹੈ। ਜੇ ਉਹ ਕਹਿੰਦੇ ਆ ਜੀ ਓਕੇ ਹੈ, ਫੀ ਪੇ ਕਰ ਦਿਓ, ਨਹੀਂ ਕਹਿੰਦੇ ਓਕੇ, ਫੀ ਨਾ ਪੇ ਕਰੋ, ਏਜੰਟ ਕੋਲ ਜਾਓ, ਉਹਨੂੰ ਕਹੋ ਜੀ ਤੁਸੀਂ ਗਲਤ ਇਸ਼ੂ ਕੀਤਾ ਹੋਇਆ। ਉਹਨਾਂ ਦੇ ਕੰਟੈਕਟ ਨੰਬਰ ਦਿੱਤੇ ਹੁੰਦੇ ਆ, ਜਾਂ ਵੈਰੀਫਾਈ ਕਰਨ ਦੇ ਉਹ 100 ਜ਼ਰੀਆ ਹੋ ਸਕਦਾ ਹੈ, ਤੁਸੀਂ ਉਹਦੇ ਥਰੂ ਵੈਰੀਫਾਈ ਕਰੋ। ਆਫਟਰ ਵੈਰੀਫਿਕੇਸ਼ਨ ਹੀ ਤੁਸੀਂ ਜਿਹੜਾ ਉਹ ਨੈਕਸਟ ਫਰਦਰ ਜਿਹੜਾ ਵੀ ਉਸ ਚੀਜ਼ ਨੂੰ ਪ੍ਰੋਸੀਡ ਕਰੋਗੇ। ਉਸ ਤੋਂ ਪਹਿਲਾਂ ਤੁਸੀਂ ਕੋਈ ਵੀ ਸਟੈਪ ਨਾ ਚੁੱਕੋ। ਕਿਸੇ ਤੇ ਵੀ ਯਕੀਨ ਕਰਨ ਦੀ ਲੋੜ ਨਹੀਂ, ਭਾਵੇਂ ਮੈਂ ਆ ਕੋਈ ਵੀ XYZ ਆ, ਕੋਈ ਰੱਬ ਤੇ ਹੈ ਨਹੀਂ ਯਾਰ। ਇੱਥੇ ਹਰ ਬੰਦੇ ਦਾ ਇੰਡੀਵਿਜੂਅਲ ਆਪੋ ਆਪਣੇ ਵਿਚਾਰ ਹੁੰਦੇ ਆ। ਸੋ ਦੇਖੋ ਸਾਡਾ ਵੀ ਮਕਸਦ ਇਹ ਨਹੀਂ ਹੈਗਾ ਕਿ ਆਪਾਂ ਬੱਚੇ ਖਰਾਬ ਹੈ ਜਾਂ ਉਹ ਕੌਣ ਹੈ। ਮੇਰਾ ਕਹਿਣ ਦਾ ਮਕਸਦ ਸਿੱਧਾ ਜਿਹਾ ਹੈ ਯਾਰ, ਕਿਤੇ ਨਾ ਕਿਤੇ ਅਸੀਂ ਵੀ ਉਹਨਾਂ ਚੀਜ਼ਾਂ 'ਚ ਇਨਵੋਲਵ ਹਾਂ। ਜੇ ਏਜੰਟ ਦੀ ਗਲਤੀ ਹੈ, ਏਜੰਟ ਦੀ ਗਲਤੀ ਹੈ, ਤੇ ਗਲਤੀ ਐਮਬੈਸੀ ਦੀ ਵੀ ਹੈਗੀ ਹੈ ਕਿ ਇਹਨੇ ਵੀਜ਼ਾ ਇਸ਼ੂ ਕੀਤਾ। ਉਸ ਤੋਂ ਬਾਅਦ CBSE ਦੀ ਕੈਨੇਡਾ ਬਾਰਡਰ ਸਿਕਿਉਰਿਟੀ ਅਥਾਰਟੀ ਦੀ ਵੀ ਗਲਤੀ ਹੈਗੀ, ਉਹਨਾਂ ਦੀ ਏਜੰਸੀ ਦੀ ਵੀ ਗਲਤੀ ਹੈਗੀ। ਉਹਨਾਂ ਨੇ ਉੱਥੇ ਕਿਉਂ ਨਹੀਂ ਕ੍ਰਾਸ ਚੈੱਕ ਕਰ ਲਿਆ? ਜੇ CBSE ਨਹੀਂ ਚੈੱਕ ਕਰ ਸਕਿਆ, ਐਮਬੈਸੀ ਨਹੀਂ ਚੈੱਕ ਕਰ ਸਕੀ, ਤੇ ਬੱਚੇ ਕਿੰਨੇ ਕੁ ਪੜ੍ਹੇ ਲਿਖੇ ਜਿਹੜੇ ਚੈੱਕ ਕਰ ਲੈਣਗੇ? ਜਾਂ ਉਹਨਾਂ ਕੋਲ ਕਿੰਨੇ ਕੁ ਟੂਲ ਹੈ? ਜੇ ਐਮਬੈਸੀ ਕੋਲ ਟੂਲ ਨਹੀਂ ਹੈਗਾ ਚੈੱਕ ਕਰਨ ਦਾ, CBSE ਕੋਲ ਟੂਲ ਨਹੀਂ ਹੈਗਾ ਚੈੱਕ ਕਰਨ ਦਾ, ਬੱਚਿਆਂ ਕੋਲ ਕੀ ਆਪਸ਼ਨਸ ਹੈ? ਫਿਰ ਬੱਚਿਆਂ ਦੇ ਕੋਲ ਇਹੀ ਆਪਸ਼ਨਸ ਹੈ ਕਿ ਤੁਸੀਂ ਕ੍ਰਾਸ ਵੈਰੀਫਾਈ ਕਰਨ ਤੋਂ ਬਾਅਦ ਹੀ ਫੀ ਪੇ ਕਰਿਆ ਕਰੋ। ਜੀ, ਮੈਨੂੰ ਲੱਗਦਾ ਕਿ ਜਾਣਕਾਰੀਆਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਬਹੁਤ ਲਾਹੇਵੰਦ ਸਾਬਿਤ ਹੋਈਆਂ ਹੋਣਗੀਆਂ। ਕਮੈਂਟ ਬਾਕਸ ਦੇ ਵਿੱਚ ਤੁਹਾਡੀ ਰਾਏ, ਪ੍ਰਤੀਕਰਮ, ਟਿੱਪਣੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਤੇ ਇਸ ਸਾਰੀ ਗੱਲਬਾਤ ਦਾ ਤੁਹਾਡੇ ਤੱਕ ਪਹੁੰਚਾਉਣ ਦਾ ਮੰਤਵ ਇਹੀ ਸੀ ਕਿ ਉਹ ਬੱਚੇ ਜਿਹੜੇ ਤਮਾਮ ਨੇ ਜਿਨ੍ਹਾਂ ਦੇ ਵੱਲੋਂ ਏਜੰਟਸ ਦੇ ਕੋਲ ਫਾਈਲ ਲਾਈ ਗਈ, ਉਸ ਤੋਂ ਬਾਅਦ 2019-20 ਦਾ ਜਿਵੇਂ ਸਰ ਹੋਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਉਹੀ ਮਾਪਦੰਡ ਦੇ ਵਿੱਚੋਂ ਨਿਕਲੇ ਹੋਏ ਨੇ ਜਿਨ੍ਹਾਂ ਦੇ ਆਫਰ ਲੈਟਰ ਫੇਕ ਸਨ, ਤੇ ਹੁਣ ਉਹਨਾਂ ਦੇ ਵੱਲੋਂ PR ਫਾਈਲ ਕੀਤੀ ਜਾਣੀ ਹੈ। ਤੇ ਜਿਹੜੇ ਗਾਂਹ ਵਾਲੇ ਬੱਚੇ
ਬੱਚੇ ਨੇ ਉਹ ਵੀ ਮੁਸ਼ਕਲਾਂ ਦੇ ਵਿੱਚ ਫਸ ਸਕਦੇ ਨੇ। ਇਹ ਵੀ ਜਿਹੜੇ ਅਸਾਰ ਲਗਾਏ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਉਮੀਦ ਕਰਦੇ ਹਾਂ ਕਿ ਅਜਿਹਾ ਕੋਈ ਵੀ ਭਾਣਾ ਨਾ ਵਾਪਰੇ। ਪਰ ਜੇਕਰ ਕਿਸੇ ਨੇ ਫੇਕ ਡਾਕੂਮੈਂਟਸ ਲਾਏ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ। ਨਾ ਤਾਂ ਏਜੰਟਸ ਇਸ ਦੇ ਵਿੱਚ ਉਹਨਾਂ ਦੀ ਕੋਈ ਸ਼ਮੂਲੀਅਤ ਰਹਿਣੀ ਹੈ, ਨਾ ਹੀ ਮਾਪਿਆਂ ਦੀ ਰਹਿਣੀ ਹੈ। ਖਰਾਬ ਜਿਹੜਾ ਹੋ ਰਿਹਾ ਬੱਚਾ ਹੋ ਰਿਹਾ, ਬੱਚੇ ਦੇ ਪੈਸੇ ਹੋ ਰਹੇ ਨੇ ਤੇ ਬੱਚੇ ਦਾ ਆਉਣ ਵਾਲਾ ਭਵਿੱਖ ਹੋ ਰਿਹਾ। ਉਮੀਦ ਕਰਦੇ ਹਾਂ ਕਿ ਇਹ ਜਿਹੜੀ तमाम ਜਾਣਕਾਰੀ ਹੈ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਈ ਹੋਵੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਮੁੱਦਿਆਂ ਦੇ ਉੱਪਰ, ਮਸਲਿਆਂ ਦੇ ਉੱਪਰ ਤੁਹਾਡੇ ਨਾਲ ਜ਼ਰੂਰ ਵਿਚਾਰ ਚਰਚਾਵਾਂ ਇਸੇ ਤਰੀਕੇ ਦੇ ਨਾਲ ਪੇਸ਼ ਖਿਦਮਤ ਕਰਦੇ ਰਹਾਂਗੇ। ਫਿਲਹਾਲ ਦੇ ਲਈ ਚੱਕ ਦੇ ਟੀਵੀ ਦੇ ਨਾਲ ਜੁੜੇ ਰਹੋ।